हेलो स्टूडेंट्स, वेलकम टू सुखेजा ट्यूशनस। मैं ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਕਰਦੀ ਹਾਂ ਜੀ ਸੁਖੇਜਾ ਟਿਊਸ਼ਨਸ ਦੇ ਵਿੱਚ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਜੇਬੀਟੀ ਨੇ ਜੋ ਜੇਬੀਟੀ ਦੀਆਂ ਜੋ ਪੋਸਟਾਂ ਨੇ ਆਪਾਂ ਉਹਦੀ ਤਿਆਰੀ ਸਟਾਰਟ ਕਰ ਚੁੱਕੇ ਹਾਂ ਜੀ। ਇੱਕ ਆਪਾਂ ਟੀਚਿੰਗ ਐਪਟੀਟਿਊਡ ਦੇ ਲੈਕਚਰਸ ਲਗਾ ਰਹੇ ਹਾਂ, ਇੱਕ ਪੋਲਿਟੀ ਦੇ। ਬਾਕੀ ਸਰ ਥੋੜੇ ਸ਼ੋਰਟਸ ਤੁਹਾਡੇ ਲਈ ਪਾ ਰਹੇ ਹਾਂ ਕਿ ਤਾਂ ਕਿ ਘੱਟ ਟਾਈਮ ਦੇ ਵਿੱਚ ਤੁਹਾਨੂੰ ਜ਼ਿਆਦਾ ਸਿੱਖਣ ਨੂੰ ਮਿਲ ਸਕੇ, ਜ਼ਿਆਦਾ ਤੁਸੀਂ ਨੌਲੇਜ ਨੂੰ ਗੇਨ ਕਰ ਸਕੋ। ਠੀਕ ਹੈ ਜੀ। ਜਿਵੇਂ ਕਿ ਅੱਜ ਇੰਗਲਿਸ਼ ਦਾ ਪਾਇਆ ਸੀਗਾ ਸਰ ਨੇ, ਠੀਕ ਹੈ, ਤਾਂ ਤੁਸੀਂ ਬਹੁਤ ਹੀ ਧਿਆਨ ਨਾਲ ਸਾਰੀਆਂ ਵੀਡੀਓ, ਸਾਰੇ ਲੈਕਚਰ, ਸਾਰੇ ਸ਼ੋਰਟਸ ਨੂੰ ਧਿਆਨ ਨਾਲ ਦੇਖੋ, ਜੋ ਕਿ ਤੁਹਾਡੇ ਐਗਜ਼ਾਮ ਨੂੰ ਕ੍ਰੈਕ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪਫੁਲ ਹੋਣਗੇ। ਆਪਾਂ ਕਰ ਰਹੇ ਹਾਂ ਜੀ ਪੋਲਿਟੀ ਦਾ। ਆਪਾਂ ਨੇ ਸਭ ਤੋਂ ਪਹਿਲਾਂ ਕਨਸਟੀਟਿਊਸ਼ਨ ਕਿਵੇਂ ਬਣਿਆ, ਠੀਕ ਹੈ, ਪ੍ਰੈਜ਼ੀਡੈਂਟ ਕੌਣ ਸੀ, ਕਿਹੜੀਆਂ ਕਮੇਟੀ ਸੀਗੀਆਂ, ਕਦੋਂ ਅਡੋਪਟ ਕੀਤਾ ਗਿਆ, ਕਦੋਂ ਫੋਰਸ ਦੇ ਵਿੱਚ ਆਇਆ, ਇਹ ਸਾਰਾ ਪੜਿਆ ਸੀਗਾ। ਉਸ ਤੋਂ ਬਾਅਦ ਆਪਾਂ ਨੇ ਕਨਸਟੀਟਿਊਸ਼ਨ ਦੇ ਪੜ੍ਹੇ ਜੀ ਸ਼ੈਡਿਊਲਸ, ਠੀਕ ਹੈ, ਕਿਹੜੇ ਸ਼ੈਡਿਊਲਸ ਸੀਗੇ। ਉਸ ਤੋਂ ਬਾਅਦ ਆਪਾਂ ਨੇ ਪੜ੍ਹਿਆ ਜੀ, ਆਪਾਂ ਨੇ ਕਿੱਥੋਂ ਬੋਰੋ ਕੀਤੇ ਹੈ ਫੀਚਰਸ, ਠੀਕ ਹੈ, ਕਿਹੜੀ ਕੰਟਰੀ ਚੋਂ, ਕੈਨੇਡਾ ਤੋਂ ਕੀ ਲਿੱਤਾ, ਫਰਾਂਸ ਤੋਂ ਕੀ ਲਿੱਤਾ, USSR ਤੋਂ ਕੀ ਲਿੱਤਾ, ਠੀਕ ਹੈ। ਉਸ ਤੋਂ ਬਾਅਦ ਇੰਗਲੈਂਡ ਤੋਂ ਕਿਆ ਲਿੱਤਾ, ਇਹ ਸਾਰਾ ਆਪਾਂ ਨੇ ਬੋਰੋਡ ਫੀਚਰਸ ਜੋ ਆਪਣੇ ਕਨਸਟੀਟਿਊਸ਼ਨ ਦੇ ਹੈਗੇ ਆ ਉਹ ਆਪਾਂ ਨੇ ਪੜ੍ਹੇ ਆ। ਠੀਕ ਹੈ ਜੀ। ਅੱਜ ਆਪਾਂ ਕਨਸਟੀਟਿਊਸ਼ਨ ਦੇ ਪਾਰਟਸ ਬਾਰੇ ਪੜਾਂਗੇ। ਕਨਸਟੀਟਿਊਸ਼ਨ, ਠੀਕ ਹੈ, ਪ੍ਰੀਐਮਬਲ ਕੀ ਹੁੰਦਾ ਹੈ ਉਸ ਦੇ ਬਾਰੇ ਜਾਣਾਂਗੇ। ਦੇਖੋ, ਆਪਾਂ ਸਿਰਫ ਇੰਪੋਰਟੈਂਟ ਚੀਜ਼ਾਂ ਹੀ ਪੜ੍ਹਨੀਆਂ ਨੇ, ਠੀਕ ਹੈ। ਆਪਾਂ ਕੀ ਕਰਨਾ ਜੀ, ਆਪਾਂ ਸਿਰਫ ਇੰਪੋਰਟੈਂਟ ਚੀਜ਼ਾਂ ਹੀ ਪੜ੍ਹਨੀਆਂ ਨੇ, ਬਹੁਤ ਜ਼ਿਆਦਾ डिटेल ਦੇ ਵਿੱਚ नहीं पढ़ांगे, ठीक है। सिर्फ आपने इंपोर्टेंट चीज़ा ही पढ़निया ने, ठीक है, क्योंकि आपने सिर्फ एग्जामिनेशन पॉइंट ऑफ व्यू तो जो इंपोर्टेंट है वो आप करांगे जी, ठीक है। प्रीएम्बल की हुंदा है, ठीक है। सब तो फर्स्ट क्वेश्चन, प्रीएम्बल की है जी, यह एक इंट्रोडक्शन पार्ट है कॉन्स्टिट्यूशन का, ठीक है। ਇਹ ਇੱਕ ਇੰਟਰੋਡਕਸ਼ਨ ਪਾਰਟ ਹੁੰਦਾ ਹੈ ਜਿਹਦੇ ਵਿੱਚ ਕਿ ਕਨਸਟੀਟਿਊਸ਼ਨ ਬਾਰੇ ਇੰਟਰੋਡਕਸ਼ਨ ਦਿੱਤੀ ਹੋਈ ਹੁੰਦੀ ਹੈ। ਪ੍ਰੀਐਮਬਲ ਉਸ ਨੂੰ ਬੋਲਿਆ ਜਾਂਦਾ ਹੈ ਪ੍ਰਸਤਾਵਨਾ, ਠੀਕ ਹੈ। ਸੰਵਿਧਾਨ ਦਾ ਕੀ ਹੈ, ਇੱਕ ਹਿੱਸਾ, ਇੰਟਰੋਡਕਸ਼ਨ ਪਾਰਟ ਹੈ ਜੀ ਕਨਸਟੀਟਿਊਸ਼ਨ ਦਾ ਪ੍ਰੀਐਮਬਲ, ਠੀਕ ਹੈ। ਇਹ ਕੀ ਹੈ, ਇੱਕ ਪ੍ਰੀਫੇਸ ਹੈ ਔਰ ਇੰਟਰੋਡਕਸ਼ਨ ਕਾਦੀ, ਕਨਸਟੀਟਿਊਸ਼ਨ ਦੀ। ਜਿਹੜਾ ਕਿ ਪਹਿਲਾ ਆਪਣੇ ਤੋਂ ਪਹਿਲਾਂ ਕਿਹਦਾ ਪ੍ਰੀਐਮਬਲ ਸੀਗਾ ਜੀ, ਅਮਰੀਕਨ ਕਨਸਟੀਟਿਊਸ਼ਨ ਦਾ ਫਰਸਟ, ਮਤਲਬ ਜੀ ਉਹ ਪਹਿਲਾ ਕਨਸਟੀਟਿਊਸ਼ਨ ਜਿਹਦੇ ਵਿੱਚ ਪ੍ਰੀਐਮਬਲ ਸੀ ਉਹ ਕਿਹੜਾ ਸੀ ਜੀ, ਅਮਰੀਕਨ ਕਨਸਟੀਟਿਊਸ਼ਨ ਸੀਗਾ। ਇਹ ਸੰਵਿਧਾਨ ਦਾ ਇੱਕ ਮੁੱਖ ਬੰਦ ਜਾਂ ਜਾਣ ਪਹਿਚਾਨ ਹੈ। ਪ੍ਰਸਤਾਵਨਾ ਵਾਲਾ ਪਹਿਲਾ ਸੰਵਿਧਾਨ ਕਿਹੜਾ ਸੀ ਜੀ, ਅਮਰੀਕੀ ਸੰਵਿਧਾਨ ਸੀਗਾ, ਠੀਕ ਹੈ। ਪਹਿਲਾ ਸੰਵਿਧਾਨ ਕਿਹੜਾ ਸੀ, ਅਮਰੀਕੀ ਸੰਵਿਧਾਨ ਸੀ, ਠੀਕ ਹੈ। ਨੈਕਸਟ ਦੇਖੋ ਕੀ ਹੈ ਜੀ, ਵੀ ਦ ਪੀਪਲ ਆਫ ਇੰਡੀਆ have been dissolved into sovereign, socialist, secular and democratic republic, ਠੀਕ ਹੈ। ਜਿਹੜੇ ਆਪਾਂ ਇੰਡੀਆ ਦੇ ਲੋਕ ਆ ਉਹ ਕੀ ਆ ਜੀ, ਸਮਾਜਵਾਦੀ, ਧਰਮ ਨਿਰਪੱਖ ਅਤੇ ਲੋਕਤੰਤਰੀ ਗਣਰਾਜ ਵਿੱਚ ਆ ਗਏ ਆ, ਠੀਕ ਹੈ। ਡੈਮੋਕ੍ਰੇਟਿਕ ਕੀ ਆਪਾਂ ਨੂੰ ਆਪਣੀ ਰਾਈਟਸ ਹੈ कि आप किनू वोट करना है, किनू आपने PM चूज करना है, ठीक है। आप एक डेमोक्रेटिक कंट्री दे विच रह रहे हैं। सोरियन, सोशलिस्ट, सैकुलर, ठीक है। आपू जस्टिस मिलता है, पोलिटिकल, सोशल, एकनोमिक, ठीक है। हर एक तरह का आपू जस्टिस प्रोवाइड किया जाता है। हर बंदे दे धर्म नू, ठीक है, इज्जत दी जाती है, ठीक है। आप किहड़े कंट्री दे विच रह रहे हैं, सोवरियन, सोशलिस्ट, सैकुलर एंड डेमोक्रेटिक रिपब्लिक, ठीक है। असी भारत के लोग सोवरियन, सोशलिस्ट, सैकुलर एंड डेमोक्रेटिक रिपब्लिक। क्लीयर है स्टूडेंट्स, बिल्कुल सिंपल चीज़ सीगी। नैक्सट आ जाओ, ये वैसे आप पहला भी कर चुके हैं, एक बार तुसी दोबारा याद रखियो, लिबर्टी, इक्वैलिटी ते फ्रैटर्निटी, ठीक है। ये की है जी, आज़ादी, समानता ते भाईचारा, ठीक है। ये ਜਿਹੜੀਆਂ ਤਿੰਨ ਟਰਮਸ ਹੈ ਬਹੁਤ ਇੰਪੋਰਟੈਂਟ ਟਰਮਸ ਹੈ। ਕਿਹੜੇ ਕਿੱਥੋਂ ਲਿੱਤੀਆਂ ਆਪਾਂ, ਕਿਹੜੇ ਕਨਸਟੀਟਿਊਸ਼ਨ ਤੋਂ, ਇਹ ਆਪਾਂ ਲਿੱਤੀਆਂ ਜੀ ਫਰਾਂਸ ਦੇ ਕਨਸਟੀਟਿਊਸ਼ਨ ਤੋਂ, ਠੀਕ ਹੈ। ਕਿਹੜੇ ਕਨਸਟੀਟਿਊਸ਼ਨ ਤੋਂ ਲਿੱਤੀਆਂ ਨੇ ਆਪਾਂ ਨੇ, ਫਰਾਂਸ ਦੇ ਕਨਸਟੀਟਿਊਸ਼ਨ ਤੋਂ ਆਪਾਂ ਨੇ ਇਹ ਲਿੱਤੀਆਂ ਨੇ। ਉਸ ਤੋਂ ਬਾਅਦ ਜਸਟਿਸ, ਸੋਸ਼ਲ, ਇਕਨੋਮਿਕਲ ਤੇ ਪੋਲਿਟੀਕਲ, ਇਹ ਕਿੱਥੋਂ ਆਪਾਂ ਲਿੱਤੀਆਂ ਨੇ ਜੀ, ਇਹ ਆਪਾਂ ਬੋਰੋ ਕੀਤੀਆਂ ਜੀ ਰਸ਼ੀਅਨ ਕਨਸਟੀਟਿਊਸ਼ਨ ਦੇ ਵਿੱਚੋਂ, ਠੀਕ ਹੈ। ਜਿਹੜਾ ਕਿ ਜਸਟਿਸ, ਸੋਸ਼ਲ, ਠੀਕ ਹੈ, ਇਕਨੋਮਿਕ ਤੇ ਪੋਲਿਟੀਕਲ, ਇਹ ਆਪਾਂ ਕਿੱਥੋਂ ਕੀਤਾ ਜੀ, ਇਹ ਆਪਾਂ ਕੀਤਾ ਜੀ ਉਧਾਰ ਕਿੱਥੋਂ ਲਿੱਤਾ ਆਪਾਂ ਨੇ, ਰਸ਼ੀਆ ਦੇ ਕਨਸਟੀਟਿਊਸ਼ਨ ਤੋਂ, ठीक है जी।
ਨੈਕਸਟ ਆ ਜਾਓ, ਨੈਕਸਟ ਆਓ। ਹੁਣ ਆਪਾਂ ਗੱਲ ਕਰਾਂਗੇ ਜੀ ਸ਼ੈਡਿਊਲਸ ਦੇ ਬਾਰੇ, ਠੀਕ ਹੈ। ਹੁਣ ਆਪਾਂ ਗੱਲ ਕਰਾਂਗੇ ਜੀ ਸ਼ੈਡਿਊਲਸ ਦੇ ਬਾਰੇ। ਕਿੰਨੇ ਸ਼ੈਡਿਊਲਸ ਹੈ, ਕਿੰਨੇ ਸ਼ੈਡਿਊਲਸ ਹੈ ਆਪਾਂ ਇਹ ਫਰਸਟ ਲੈਕਚਰ ਦੇ ਵਿੱਚ ਕਰ ਚੁੱਕੇ ਹਾਂ, ਠੀਕ ਹੈ। ਆਪਾਂ ਫਰਸਟ ਲੈਕਚਰ ਦੇ ਵਿੱਚ ਕਰ ਚੁੱਕੇ ਹਾਂ। ਜਿਨ੍ਹਾਂ ਨੇ ਲੈਕਚਰ ਨਹੀਂ ਅਟੈਂਡ ਕੀਤਾ ਲੈਕਚਰ ਨੂੰ ਲਗਾਓ, ਓਰੀਜਨਲੀ ਕਿੰਨੇ ਸ਼ੈਡਿਊਲ ਸੀ, ਉਸ ਤੋਂ ਬਾਅਦ ਕਿੰਨੇ ਆਏ, ਠੀਕ ਹੈ। ਅੱਜ ਆਪਾਂ ਸ਼ੈਡਿਊਲਸ ਕਰਨੇ ਹੈ, ਤੁਸੀਂ ਕੱਲ ਤੱਕ ਇਹ ਸਾਰੇ ਸ਼ੈਡਿਊਲਸ ਨੂੰ ਲਰਨ ਕਰ ਲੈਣਾ ਹੈ, ਠੀਕ ਹੈ। ਪਹਿਲੇ ਸ਼ੈਡਿਊਲ ਦੇ ਵਿੱਚ ਕੀ ਆਂਦਾ ਜੀ, ਸ਼ੈਡਿਊਲਸ, ਪਾਰਟਸ, ਉਸ ਤੋਂ ਬਾਅਦ ਆਰਟੀਕਲਸ, ਠੀਕ ਹੈ। ਪਹਿਲਾਂ ਆਪਾਂ ਸ਼ੈਡਿਊਲਸ ਪੜਾਂਗੇ, ਫਿਰ ਆਪਾਂ ਪਾਰਟਸ ਪੜਾਂਗੇ, ਫਿਰ ਆਪਾਂ ਪੜਾਂਗੇ ਜੀ ਆਰਟੀਕਲਸ, ਠੀਕ ਹੈ। ਪਹਿਲੇ ਸ਼ੈਡਿਊਲ ਦੇ ਵਿੱਚ ਦੇਖੋ, ਕੋਸ਼ਿਸ਼ ਕਰਿਓ ਕਿ ਤੁਹਾਨੂੰ ਇਸੀ ਕਲਾਸ ਦੇ ਵਿੱਚ ਇਹ ਸਾਰੇ ਯਾਦ ਹੋ ਜਾਣ, ਠੀਕ ਹੈ। ਸ਼ੈਡਿਊਲ ਦੇ ਵਿੱਚ ਕੀ ਆਂਦਾ ਪਹਿਲਾਂ, ਇਹ ਕਿਹਦੇ ਨਾਲ, ਟੈਰੀਟਰੀ ਆਫ 28 ਸਟੇਟਸ ਐਂਡ 8 ਯੂਟੀਜ਼ ਨਾਲ। ਇਹ ਕਾਹਦੇ ਨਾਲ ਡੀਲ ਕਰਦੇ ਜੀ, ਫਰਸਟ ਸ਼ੈਡਿਊਲ, ਠੀਕ ਹੈ। ਇਹਦੇ ਤੁਸੀਂ ਨੋਟਸ ਕਿਵੇਂ ਬਣਾਓਗੇ ਆਪਣੇ ਹਿਸਾਬ ਨਾਲ ਤੁਸੀਂ ਲਿਖ ਸਕਦੇ ਹੋ। ਫਰਸਟ 28 ਕਿਹਦੇ ਨਾਲ ਡੀਲ ਕਰਦੇ, 28 ਸਟੇਟਾਂ ਨਾਲ ਤੇ 8 ਯੂਟੀਜ਼ ਨਾਲ, ਠੀਕ ਹੈ। 28 ਸਟੇਟਾਂ ਨਾਲ ਤੇ 8 ਯੂਟੀਜ਼ ਨਾਲ। ਜਿਹੜਾ ਆਪਣਾ ਹੁਣ ਦੂਜਾ ਸ਼ੈਡਿਊਲ ਹੈ ਇਹ ਕਿਹਦੇ ਨਾਲ ਡੀਲ ਕਰਦਾ ਹੈ, ਠੀਕ ਹੈ। ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਕੀ ਹੈ ਜੀ, ਇਹਦੇ ਵਿੱਚ ਸੈਲਰੀਜ਼, ਅਲਾਉੈਂਸਿਸ ਆਫ ਦਾ ਪ੍ਰੈਜ਼ੀਡੈਂਟ, ਤੇ ਵੀ ਕਿੰਨੀ ਸੈਲਰੀ ਹੋਣੀ ਚਾਹੀਦੀ ਹੈ ਕਿਹਦੀ ਜੀ, ਪ੍ਰੈਜ਼ੀਡੈਂਟ ਦੀ, ਵਾਈਸ ਪ੍ਰੈਜ਼ੀਡੈਂਟ ਦੀ, ਸੁਪਰੀਮ ਕੋਰਟ ਦੇ ਜੱਜਿਸ ਦੀ, ਹਾਈ ਕੋਰਟ ਦੇ ਜੱਜਿਸ ਦੀ, ਕੈਗ ਮੈਂਬਰ ਐਂਡ ਚੇਅਰਮੈਨ ਆਫ यूपीएससी, ਇਲੈਕਸ਼ਨ ਕਮਿਸ਼ਨ ਸਪੀਕਰ ਐਂਡ ਐਕਸੈਟਰਾ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਜੀ, ਜਿਹੜੇ ਕਿ ਆਪਾਂ ਲਗਾ ਲਓ ਕਿ ਹਾਇਰ ਅਥਾਰਟੀਜ਼ ਹੁੰਦੀਆਂ ਨੇ, ਸ਼ੈਡਿਊਲ 2 ਦੇ ਵਿੱਚ ਆਪਾਂ ਸੈਲਰੀਜ਼ ਤੇ ਉਹਨਾਂ ਨੂੰ ਕੀ ਕੀ ਅਲਾਉੈਂਸਿਸ ਮਿਲਣੇ ਚਾਹੀਦੇ, ਕਿਹਨੂੰ ਕਿਹਨੂੰ, ਪ੍ਰੈਜ਼ੀਡੈਂਟ ਨੂੰ, ਵਾਈਸ ਪ੍ਰੈਜ਼ੀਡੈਂਟ ਨੂੰ, ਸੁਪਰੀਮ ਕੋਰਟ ਹਾਈ ਕੋਰਟ ਦੇ ਜੱਜਿਸ ਨੂੰ, ਕੈਗ ਨੂੰ, ਮੈਂਬਰ ਐਂਡ ਚੇਅਰਮੈਨ ਆਫ यूपीएससी, ਇਲੈਕਸ਼ਨ ਕਮਿਸ਼ਨ ਸਪੀਕਰ ਤੇ ਐਕਸੈਟਰਾ, ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਨੇ ਸ਼ੈਡਿਊਲ ਪੜਿਆ 1, ਉਹਦੇ ਵਿੱਚ ਆਪਾਂ ਕਿਹਦੇ ਨਾਲ ਡੀਲ ਕਰਦੇ ਹਾਂ ਜੀ, 28 ਸਟੇਟਸ ਤੇ ਯੂਟੀਜ਼ ਦੇ ਨਾਲ, ਠੀਕ ਹੈ, ਯੂਨੀਅਨ ਟੈਰੀਟਰੀਜ਼ ਦੇ ਨਾਲ। ਉਸ ਤੋਂ ਬਾਅਦ ਸ਼ੈਡਿਊਲ 2, ਸ਼ੈਡਿਊਲ 2 ਦੇ ਵਿੱਚ ਕੀ ਹੈ ਜੀ, ਇਹਦੇ ਵਿੱਚ ਸੈਲਰੀਜ਼, ਅਲਾਉੈਂਸਿਸ ਕਿਹਦੀਆਂ, ਪ੍ਰੈਜ਼ੀਡੈਂਟ ਦੀਆਂ, ਠੀਕ ਹੈ। ਫਿਰ 3rd ਦੇ ਵਿੱਚ ਓਥ ਐਂਡ ਐਫਰਮੇਸ਼ਨ, ਠੀਕ ਹੈ। ਦੇਖੋ ਬੱਚੇ ਇਹ ਇੱਕ ਬਹੁਤ ਹੀ ਅਹਿਮ ਚੀਜ਼ਾਂ ਨੇ, ਠੀਕ ਹੈ। ਇਹਨਾਂ ਨੂੰ ਤੁਸੀਂ ਕਿਵੇਂ ਯਾਦ ਕਰ ਸਕਦੇ ਹੋ, ਪਹਿਲੇ 3 ਆਪਾਂ ਕਿਵੇਂ ਯਾਦ ਕਰਾਂਗੇ ਜੀ। ਸਭ ਤੋਂ ਪਹਿਲਾਂ ਸਪੋਜ਼ ਕਰੋ ਆਪਣੇ ਦਿਮਾਗ 'ਚ ਤੁਸੀਂ ਇੱਕ ਚੀਜ਼ ਬਣਾਓ, ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਏਰੀਆ ਹੋਣਾ ਚਾਹੀਦਾ, ਕੋਈ ਵੀ ਏਰੀਆ, ਕੋਈ ਵੀ ਟੈਰੀਟਰੀ ਹੋਣੀ ਚਾਹੀਦੀ ਹੈ, ਠੀਕ ਹੈ। ਤੁਸੀਂ ਇਹ ਲਾ ਲਓ ਕਿ ਆਪਾਂ ਸਭ ਤੋਂ ਪਹਿਲਾਂ ਸਟੇਟ ਤੇ ਯੂਟੀ ਦੀ ਗੱਲ ਕਰਾਂਗੇ ਪਹਿਲੇ ਸ਼ੈਡਿਊਲ 'ਚ। ਉਹ ਸਟੇਟ ਤੇ ਯੂਟੀ ਨੂੰ ਚਲਾਉਣ ਲਈ ਬੜੇ ਬੜੇ ਲੋਕ ਹੋਣੇ ਚਾਹੀਦੇ, ਬੜੇ ਬੜੇ ਲੋਕ ਮਤਲਬ ਸੁਪਰੀਮ ਕੋਰਟ, ਹਾਈ ਕੋਰਟ, ਕੈਗ, ਪ੍ਰੈਜ਼ੀਡੈਂਟ, ਠੀਕ ਹੈ, ਇਲੈਕਸ਼ਨ ਕਮਿਸ਼ਨ ਸਪੀਕਰ, ਇਹ ਸਾਰੇ ਬੰਦੇ ਹੋਣਗੇ ਤਾਂ ਹੀ ਉਹ ਸਟੇਟ ਤੇ ਯੂਟੀ ਚੱਲੂਗੀ। ਚਲੋ ਜੀ, ਆਪਾਂ ਜੇ ਉਹ ਬੰਦਿਆਂ ਨੂੰ ਆਪਾਂ ਨੇ ਰੱਖਣਾ, ਸਰਕਾਰ ਨੇ ਰੱਖਣਾ ਹੈ, ਸਰਕਾਰ ਚੱਲੂਗੀ ਤਾਂ ਉਹਨਾਂ ਨੂੰ ਪੈਸੇ ਵੀ ਦੇਣੇ ਪੈਣਗੇ, ਉਹਨਾਂ ਨੂੰ ਬੈਨੀਫਿਟ ਵੀ ਦੇਣੇ ਪੈਣਗੇ, ਠੀਕ ਹੈ। ਪਹਿਲਾਂ ਤਾਂ ਆਪਾਂ ਗੱਲ ਕੀਤੀ ਏਰੀਆ ਦੀ, ਫਿਰ ਆਪਾਂ ਗੱਲ ਕੀਤੀ ਕਿਹਦੀ, ਤਨਖਾਹਾਂ ਦੀ, ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਚਲਾਉਣਾ ਹੈ। ਫਿਰ ਤੀਜੀ ਆਪਾਂ ਨੇ ਉਹਨਾਂ ਨੂੰ ਸਹੁੰ ਵੀ ਤਾਂ ਖਵਾਉਣੀ ਹੈ, ਓਥ ਐਂਡ ਐਫਰਮੇਸ਼ਨ, ਕਿ ਬਈ ਸਰਕਾਰ ਤੁਹਾਨੂੰ ਟਾਈਮਲੀ ਤਨਖਾਹ ਦਊਗੀ ਤਾਂ ਤੁਸੀਂ ਸਹੁੰ ਖਾਓ ਕਿ ਅਸੀਂ ਜੀ ਪੂਰਾ ਚੰਗੀ ਤਰ੍ਹਾਂ ਕੰਮ ਕਰਾਂਗੇ, ਠੀਕ ਹੈ। ਇਹ ਇੱਕ ਜਸਟ ਬੱਚੇ ਸਟੋਰੀ ਹੈ, ਇਹਨੂੰ ਕੋਈ ਕਿਸੇ ਨੇ ਵੀ ਪਰਸਨਲੀ ਕੁਝ ਨਹੀਂ ਲੈ ਕੇ ਜਾਣਾ, ਠੀਕ ਹੈ। ਸਭ ਤੋਂ ਪਹਿਲੇ ਸ਼ੈਡਿਊਲ ਦੇ ਵਿੱਚ ਕੀ ਹੋਇਆ ਤੁਹਾਨੂੰ ਇੱਥੇ ਕਲਾਸ ਦੇ ਵਿੱਚ ਹੀ ਯਾਦ ਹੋ ਜਾਣਾ ਹੈ। ਸਭ ਤੋਂ ਪਹਿਲੇ ਦੇ ਵਿੱਚ ਕੀ ਹੋਇਆ ਜੀ, ਆਪਾਂ ਨੇ ਥਾਂ ਦੇਖ ਲਈ। ਦੂਜਾ, ਉਹ ਥਾਂ ਨੂੰ ਚਲਾਉਣ ਲਈ ਆਪਾਂ ਨੇ ਜਿਹੜੇ ਬੰਦੇ ਰੱਖੇ ਉਹਨਾਂ ਦੀ ਤਨਖਾਹ, ਉਹਨਾਂ ਨੂੰ ਕੀ ਬੈਨੀਫਿਟ ਦੇਣੇ ਆ ਉਹ ਦੇਖੇ। ਤੀਜਾ, ਫਿਰ ਆਪਾਂ ਬੰਦਿਆਂ ਨੂੰ ਸਹੁੰ ਖਵਾਈ, ਠੀਕ ਹੈ। ਤੀਜਾ ਆਪਾਂ ਕੀ ਕੀਤਾ ਜੀ, ਬੰਦਿਆਂ ਨੂੰ ਸਹੁੰ ਖਵਾਤੀ ਕਿ ਤੁਸੀਂ ਕੰਮ ਵਧੀਆ ਕਰੋਗੇ, ਠੀਕ ਹੈ। ਓਥ ਐਂਡ ਐਫਰਮੇਸ਼ਨ, ਸ਼ੈਡਿਊਲ 1, 2 ਤੇ 3, ਆਈ ਹੋਪ ਸਾਰਿਆਂ ਨੂੰ ਯਾਦ ਹੋ ਗਿਆ ਹੋਣਾ। ਸ਼ੈਡਿਊਲ 1, 2 ਤੇ 3। ਨੈਕਸਟ ਆ ਜਾਓ, ਹੁਣ ਕੀ ਹੋਇਆ ਜੀ, ਫਿਰ ਆਇਆ ਜੀ ਸ਼ੈਡਿਊਲ 4। ਉਹਦੇ ਵਿੱਚ ਚਲੋ ਆਪਾਂ ਨੇ ਥਾਂ ਦੇਖ ਲਈ, ਬੰਦੇ ਰੱਖ ਲਏ, ਠੀਕ ਹੈ, ਉਹਨਾਂ ਨੂੰ ਸਹੁੰ ਵੀ ਖਵਾਤੀ। ਹੁਣ ਕਿਹੜਾ ਬੰਦਾ ਕਿੱਥੇ ਜਾਊਗਾ, ਕਿਹੜਾ ਬੰਦਾ ਕਿੱਥੇ ਜਾਊਗਾ, ਐਵੇਂ ਤਾਂ ਲੜਾਈ ਝਗੜਾ ਹੋ ਜਾਊਗਾ, ਠੀਕ ਹੈ। ਕਿੰਨੀਆਂ ਸੀਟਾਂ ਕਿਹੜੀ ਸਟੇਟ ਨੂੰ ਮਿਲਣਗੀਆਂ, ਕਿੰਨੀਆਂ ਸੀਟਾਂ ਕਿਹੜੀ ਯੂਟੀ ਨੂੰ ਮਿਲਣਗੀਆਂ, ਠੀਕ ਹੈ। ਇਹ ਤਾਂ ਆਪਾਂ ਨੂੰ ਦੇਖਣਾ ਪੈਣਾ, ਇਹ ਤਾਂ ਆਪਾਂ ਨੂੰ ਦੇਖਣਾ ਪੈਣਾ, ਠੀਕ ਹੈ। ਤਾਂ ਐਲੋਕੇਸ਼ਨ ਆਫ ਸੀਟਸ, ਠੀਕ ਹੈ। ਕੀ ਕੀਤਾ ਜੀ, ਆਪਾਂ ਨੇ ਸੀਟਸ ਨੂੰ ਅਲੋਟ ਕਰਤਾ ਕਿਹਦੇ ਵਿੱਚ, ਸਟੇਟਸ ਐਂਡ ਯੂਟੀਜ਼ ਦੇ ਵਿੱਚ। ਐਲੋਕੇਸ਼ਨ ਆਫ ਸੀਟਸ ਟੂ ਸਟੇਟ ਐਂਡ ਯੂਟੀਜ਼ ਇਨ ਰਾਜ ਸਭਾ, ਰਾਜ ਸਭਾ ਦੇ ਵਿੱਚ, ਪਰ ਉਸ ਦੇ ਵਿੱਚ, ਠੀਕ ਹੈ। ਕੀ ਕੀਤਾ ਜੀ, ਐਲੋਕੇਸ਼ਨ ਕਰਤੀ ਸੀਟਸ ਦੀ
किदी स्टेट्स ते यूटीज दी। फिर आया जी शेड्यूल 5, ਇਹਦੇ ਵਿੱਚ ਕੀ ਹੋਇਆ, ਚਲੋ ਜੀ ਸਾਰੀਆਂ ਆਪਾਂ ਨੂੰ ਸੀਟਾਂ ਸੂਟਾਂ ਮਿਲ ਗਈਆਂ। ਫਿਰ ਐਡਮਿਨਿਸਟ੍ਰੇਸ਼ਨ ਐਂਡ ਹੁਣ ਜੀ ਸ਼ੈਡਿਊਲ ਟ੍ਰਾਈਬਸ ਤੇ ਸ਼ੈਡਿਊਲ ਏਰੀਆਜ਼ ਰਹਿ ਗਏ, ਉਹਨਾਂ ਦਾ ਕੌਣ ਦੇਖ ਰੇਖ ਕਰੂਗਾ, ਉਹਨਾਂ ਦਾ ਕੰਟਰੋਲ ਕਿਹਦੇ ਕੋਲ ਜਾਊਗਾ, ਇਹ ਫਿਰ ਆਪਾਂ ਨੇ ਕੀ ਕੀਤਾ ਜੀ ਸ਼ੈਡਿਊਲ 5 ਦੇ ਵਿੱਚ ਆਪਾਂ ਨੇ ਤੈਅ ਕੀਤਾ। ਫਿਰ ਸ਼ੈਡਿਊਲ 6 ਦੇ ਵਿੱਚ ਕੀ ਹੋਇਆ ਜੀ, ਐਡਮਿਨਿਸਟ੍ਰੇਸ਼ਨ ਐਂਡ ਕੰਟਰੋਲ ਆਫ ਟ੍ਰਾਈਬਲ ਏਰੀਆਜ਼ ਕਿੱਥੇ ਕਿੱਥੇ ਹੈ, ਅਸਾਮ, ਮੇਘਾਲਿਆ, त्रिपुरा एंड मिजोरम। ठीक है, एडमिनिस्ट्रेशन एंड कंट्रोल ऑफ ट्राइबल एरियाज किथे किथे, असम, मेघालय, त्रिपुरा एंड मिजोरम। क्लीयर है। सब तो पहला की होया जी, सब तो पहला डील जेड़ा शेड्यूल 1 करदा है, एक थां देखी स्टेट्स ते यूटीज। ठीक है, दूजा तनख्वाह जेड़े बंदियां ने वो सारा चलाना स्टेट ते यूटीज नूं, उन्हां दी किन्नी किन्नी सैलरी होगी, किन्ने किन्ने की अलाउंसिस होंगे वो देखिए। फिर जी उन्होंने सौं खवाती, फिर एवें तो लड़ाई झगड़ा हो जाऊगा। फिर अपने सीटां की वंड की राज्य सभा दे विच कि किन्नी केड़ियां स्टेट नूं किन्नियां सीटां मिलणगियां, केड़ी यूटी नूं किन्नियां सीटां। फिर आपां देखिया कि शेड्यूल जेड़ा शेड्यूल ट्राइब्स हैं, एसटीज हैं या शेड्यूल एरियाज हैं, ठीक है, उन्हां दा एडमिनिस्ट्रेशन ते कंट्रोल। चलो जी फिर आपां ओह देख लिया 5वीं च। फिर अपने ध्यान आया भी ट्राइबल एरियाज भी ने, असम, मेघालय ते मिजोरम च, वो भी आप देखो। ठीक है, एडमिनिस्ट्रेशन एंड कंट्रोल ऑफ ट्राइबल एरियाज इन असम, मेघालय, त्रिपुरा एंड मिजोरम। पहले 6 शेड्यूल याद हो गए, बिल्कुल सिंपल चीजें। थां देखी, बंदियां ने जिन्होंने चलाने तनख्वाह देखी, फिर उन्होंने सौं खवाई, फिर उन्होंने वंडता सीटां राज्य सभा च। फिर शेड्यूल एरिया ते ट्राइब्स की देख रेख लई आपां एडमिनिस्ट्रेशन ते कंट्रोल। फिर जेडे शेड्यूल एरिया ने असम, मेघालय, त्रिपुरा ते मिजोरम, उन्हां दा एडमिनिस्ट्रेशन ते कंट्रोल किहदे कोल जाऊगा, इत्थे अपने 6 शेड्यूल खत्म हो गए ने। ठीक है, इत्थे अपने 6 शेड्यूल खत्म हो गए। हुण आपां नैक्सट देखिए शेड्यूल 7। शेड्यूल 7 दे विच की है जी, यह 3 लिस्टां दे नाल डील करदा है। किहड़ियां किहड़ियां, यूनियन लिस्ट, स्टेट लिस्ट, कॉन्करेंट लिस्ट। ठीक है, ये 3 लिस्टां दे नाल डील करदे हैं। किहड़ियां वो लिस्टां ने, यूनियन लिस्ट है, स्टेट लिस्ट है, कॉन्करेंट लिस्ट है। ਇਹਦੇ ਵਿੱਚ ਕਿੰਨੇ ਕਿੰਨੇ ਸਬਜੈਕਟ ਹੈ, यूनियन लिस्ट 'ਚ 100 है, स्टेट 'ਚ 61 है, कॉन्करेंट 'ਚ 52 है। ਇਹ ਤੁਸੀਂ याद करने हैं, याद कर सकते हो, नहीं याद करने ਤੁਸੀਂ ਛੱਡ ਸਕਦੇ ਹੋ। ठीक है, क्योंकि मैनू नहीं लगता कि इन्ना ਤੁਹਾਨੂੰ ਡੈਪਥ ਦੇ ਵਿੱਚ ਉੱਥੇ ਪੁੱਛਿਆ ਜਾਊਗਾ। ਫਿਰ ਵੀ ਤੁਸੀਂ ਇੱਕ ਵਾਰ ਪੜ੍ਹ ਲਿਓ, ਦਿਮਾਗ ਦੇ ਵਿੱਚ ਰਹੂਗਾ। 100, 61, 52 ओरिजिनली किन्ने सी, 97, 66 ਤੇ 47। ठीक है, शेड्यूल 6 तक का अपना हो गया सी। शेड्यूल 7वां तुसी याद रख लियो कि 3 लिस्टां दे नाल वो काम करता है। ठीक है, उस तो बाद चलो जी अपनी देख रेख होगी। हुण आपां बोल चाल देखनी है। ठीक है, हुण एरियाज तो तुसी याद रख लियो कि जिहड़ा शेड्यूल 8 है वो कादे नाल डील करदा है, वो डील करदा है जिहड़ियां अपनियां 22 कॉन्स्टिट्यूशनल लैंग्वेजेस ने। ठीक है, ਉਹਨਾਂ ਨਾਲ ਡੀਲ ਕਰਦਾ ਹੈ। ਕਿਹਦੇ ਨਾਲ ਡੀਲ ਕਰਦਾ ਹੈ ਜੀ, ਜਿਹੜੀਆਂ 22 ਕਨਸਟੀਟਿਊਸ਼ਨਲ ਲੈਂਗੁਏजेस ਨੇ ਉਹਨਾਂ ਨਾਲ ਡੀਲ ਕਰਦਾ ਹੈ। ਓਰੀਜਨਲੀ ਕਿੰਨੀਆਂ ਸੀ, ਓਰੀਜਨਲੀ ਸੀਗੀਆਂ ਆਪਣੀਆਂ 14। ਓਰੀਜਨਲੀ ਕਿੰਨੀਆਂ ਸੀ, ਓਰੀਜਨਲੀ ਸੀਗੀਆਂ 14। ਠੀਕ ਹੈ, ਤਾਂ ਬੋਲਚਾਲ ਹੋ ਗਈ ਆਪਣੀ। ਫਿਰ ਜੀ ਬੋਲਚਾਲ ਤੋਂ ਬਾਅਦ ਪ੍ਰੋਪਰਟੀ ਤੇ ਲੈਂਡ ਰਿਫਾਰਮਸ। ਠੀਕ ਹੈ, ਪ੍ਰੋਪਰਟੀ ਤੇ ਲੈਂਡ ਰਿਫਾਰਮਸ। ਠੀਕ ਹੈ, ਉਸ ਤੋਂ ਬਾਅਦ ਸ਼ੈਡਿਊਲ 10 ਆ ਗਿਆ ਜੀ, ਐਂਟੀ ਡਿਫੈਕਸ਼ਨ ਐਕਟ। ठीक है, शेड्यूल 10 की आ गया एंटी डिफेक्शन एक्ट। ठीक है, फिर आ गया जी अपना पंचायती राज। ठीक है, शेड्यूल 11 की आ गया पंचायती राज। उस तो बाद अपना की आ गया जी, उस तो बाद आ गया जी अपना म्यूनसिपल कॉरपोरेशन एंड दे विच। ठीक है, उस तो बाद की आ गया अपना म्यूनसिपल कॉरपोरेशन एंड दे विच। इनू फटाफट नोट कर लो, इनू फटाफट नोट कर लो जी। एंटी डिफेक्शन एक्ट बारे तुसी पढ़ोगे। ठीक है, एंटी डिफेक्शन एक्ट की हुंदा है। ठीक है, ਇਹਦੇ ਬਾਰੇ ਤੁਸੀਂ ਮੈਨੂੰ ਕੱਲ ਦੱਸੋਗੇ। अगर ਤੁਹਾਨੂੰ ਹੋਮਵਰਕ ਨਾ ਦਿੱਤਾ ਜਾਵੇ ਤਾਂ ਤੁਸੀਂ ਕਲਾਸ ਨੂੰ ਸੁਣਦੇ ਹੋ ਤੇ ਬਸ ਗੱਲ ਖਤਮ। ਜੇ ਹੁਣ ਤੁਹਾਨੂੰ ਦਿੱਤਾ ਹੈ ਤਾਂ ਤੁਹਾਡੇ ਦਿਮਾਗ 'ਚ ਬੈਠੋ ਇੰਪੋਰਟੈਂਟ ਐਕਟ ਹੈ। ਠੀਕ ਹੈ, ਪੁੱਛਿਆ ਜਾਂਦਾ ਹੈ कि केड़ा शेड्यूल डील करता एंटी डिफेक्शन एक्ट नाल, फिर ही सोनू यह चीज़ याद होनी है। ठीक है, शेड्यूल 1 दे विच आपां की कीता सी, शेड्यूल 1 दे विच आपां सब तो पहला एरिया देखिया। ठीक है, किहदे नाल डील करदा है, हो टेरिटरी ऑफ 28 स्टेट्स एंड यूटीज दे नाल। ठीक है, फिर आपां की कीता जी,
फिर आपने जेडे बंदियां ने चलाना है वो एरिया नू, वो बंदे दी तनख्वाह ते उन्हां दे अलाउंसिस नू आपने तय किया। तीजे च आपां की कीता, तीजे च आपां की कीता जी, आपने फिर बंदियां नू सौं खवाई, ठीक है कि हाँ तुसी काम बहुत वधिया तरीके नाल करोगे। चौथे दे विच की कीता, चौथे दे विच आपां सीटां वंडतियां कि जी सोने आ काम करना है तुसी इस राज्य सभा दे विच, ठीक है। पंजवें च फिर आपां नू ध्यान आया कि शेड्यूल ट्राइब ते शेड्यूल एरियाज दे विच भी आपां ने मोनीटर करना है, ठीक है, आपने देखना है। तो फिर आपां उत्थे काम किया। फिर छेवें दे विच आपां ने देखा कि कुछ एरियाज भी ने जिन्हां दा एडमिनिस्ट्रेशन ते कंट्रोल आपां नू देखना है, ट्राइबल एरियाज कित्थे कित्थे है, आसाम, मेघालय, त्रिपुरा ते मिजोरम दे विच। फिर आपां जेहड़ा शेड्यूल 7 है वो अपनी 3 लिस्टां नाल काम करदे जी। किहड़ियां लिस्टां नाल? यूनियन, स्टेट ते कॉन्करेंट लिस्ट नाल। अगर तुसी इस तरह याद करोगे सोनू हुनी 7 शेड्यूल्स ये याद हो गए। अगे भी मैं दस रही हूँ। फिर अपना ये हो गया। फिर आप देखा जी कि हुण बोली अपने अपन लैंग्वेजिज अड अड तरह के लोग हैं, ठीक है, इन्हां नाल डील करना है। तो किन्नियां कॉन्स्टिट्यूशनल लैंग्वेजिज नाल बंदा डील करूगा? 22। ओरिजिनली किन्नियां सीगियां? 14, ठीक है। फिर आई गल जी जो अपनी बोलचाल की होगी प्रॉपर्टी ते लैंड रिफॉर्म्स, ठीक है। फिर अपना आया जी एंटी डिफेक्शन एक्ट। फिर 11वां जी पिंडां की गल करिए आप। प्रॉपर्टी पहला पिंडां नूं दित्ती, पंचायती राज आया, एवें तुसीं याद रख सकते हो। फिर शहरां दे विच म्यूनसिपल कॉरपोरेशन आई, ठीक है। स्टूडेंट्स अगर तुसी मेरी वीडियो नूं 2-3 बार जिमें मैं बोल रही हाँ उमें तुसी बोलोगे तो बहुत ही ईजिली सोनू शेड्यूल्स याद हो जाने ने, ठीक है, बहुत ईजिली सोनू शेड्यूल्स याद हो जाने हैं। सब तो पहला आपने प्रीएम्बल वाले पढ़िया, ठीक है, ये आपने कर चुके सीगे। एक बार आप दोबारा रिवाइज करते हैं। सब तो पहला कुछ भी करना है जी, ठीक है, आपन की चाहिए? थां चाहिए है। 28 स्टेट्स ते 8 यूटीज दे नाल उन्हें काम किया पहले शेड्यूल ने। फिर उन्होंने चलान लई बंदे जेडे हायर अथॉरिटीज होंदी हैं, ठीक है, सैलरीज ते अलाउंसिस। फिर उन्होंने सौं चुक समागम होया, ठीक है। फिर सीटां दी वंड होई। फिर ट्राइबल एरिया ते आपने शेड्यूल ट्राइब्स वाल शेड्यूल ट्राइब्स ते एरिया दे एडमिनिस्ट्रेशन ते कंट्रोल वाली गल की। फिर एडमिनिस्ट्रेशन ते कंट्रोल कारी ट्राइबल एरिया आसाम, मेघालय एंड मिजोरम। फिर जो शेड्यूल 7 आया उत्थे की होया जी, अपने 3 लिस्टां ते काम करते यूनियन, स्टेट ते कॉन्करेंट, ठीक है। उस तो बाद 8 शेड्यूल आपने लैंग्वेजिज बोल चाल आपने देखनी है, ठीक है। फिर शेड्यूल 9 दे विच प्रॉपर्टी ते लैंड रिफॉर्म्स आ गए। फिर शेड्यूल 10 के विच मोस्ट इंपोर्टेंट एंटी डिफेक्शन एक्ट आ गया, ठीक है। फिर शेड्यूल 11 पहले जी प्रॉपर्टी है वो कितने लेके जावांगे जी, वो लेके जावांगे पंचायती राज, ठीक है, मतलब पिंडां दे विच तां पंचायती राज आ गया। फिर शेड्यूल 12 की हो गया म्यूनसिपल कॉरपोरेशन, ठीक है। अगर सोनू क्वेश्चन आऊगा तो सोनू उत्थे पूछा जाऊगा केड़ा शेड्यूल किस नाल डील करदा है, केड़ा शेड्यूल किस नाल डील करदा है। आई होप सारिਆਂ ਨੂੰ ਇਹ 12 ਦੇ 12 शेड्यूल बहुत अच्छी तरीके नाल याद हो गए होणगे। एक लास्ट रिवीजन थां देखी, जिन्हां ने वो थां नूं देखना है उन्हां दी तनख्वाह ते उन्हां दे अलाउंसिस। तीजे नंबर ते सौं चुक समागम। चौथे ते सीटां दी वंड कीती गई। पंजवें ते शेड्यूल जेडे ट्राइब्स सीगे, ठीक है। फिर मिजोरम, मेघालय वाला आ गया। फिर 7वें ते स्टेट लिस्ट, यूनियन लिस्ट ते कॉन्करेंट लिस्ट आ गई। 8वें ते कॉन्स्टिट्यूशनल जड़ियां अपनी लैंग्वेजिज हैं 22 जो कि ओरिजिनली 14 सी उन्हां बारे। फिर आपने प्रॉपर्टी ते लैंड रिफॉर्म्स देखने। फिर मोस्ट इंपोर्टेंट एंटी डिफेक्शन। फिर आप पहला पिंडां च गए पंचायती राज। फिर आप शहरां च आए म्यूनसिपल कॉरपोरेशन। ये 12 शेड्यूल थोनू याद होने चाहिए कल तक। इस तो बाद आप पार्ट्स से आर्टिकल्स दी नेक्स्ट क्लास होएगी। मैं अज इन्ना ही करवा रही हाँ। अगर मैं अज ही पार्ट्स एंड आर्टिकल्स शुरू कर लें तो तुसी इन्ना च कन्फ्यूज हो जाओगे। रात को रोटी खाते हुए टीवी देखते हुए 12 शेड्यूल्स तुसी चंगी तरह रट लेने हैं, चंगी तरह याद कर लेने हैं। हर क्लास नू टाइम ते लगाना है। पहला जाते जाते एक रिवीजन, लास्ट रिवीजन। पहला की होया जी, थां देखी, किने चलाना है, उन्होंने कितनी तनख्वाह देनी है। सौ चुक समागम होया, सीटां दी वंड हुई। फिर ट्राइबल एरिया हो आ गए, ठीक है, शेड्यूल ट्राइब्स, ठीक है। तो फिर अपना ट्राइबल जेडे ट्राइब एरियाज हैं मेघालय, मिजोरम, ठीक है, वो आ गए। फिर अपनी 3 लिस्टां आ गई। फिर 8वां नंबर आया। 8वें नंबर च आपने अपनी कॉन्स्टिट्यूशनल लैंग्वेजिज देख लिया। फिर आपने जी 9वें नंबर पर की किया, प्रॉपर्टी खरीदी, लैंड रिफॉर्म्स बनाए।
ठीक है। फिर एंटी डिफेक्शन एक्ट आ गया। सब तो पहला आप पिंडा च गए तो पंचायती राज बनया, फिर आप शहरों च आए तो म्यूनसिपल कॉरपोरेशनस बन गई। ये तो सौखा कोई तरीका नहीं गा। आपने इस टाइम कोई MA BA के पेपर नहीं देने कि आपने थ्योरी पढ़नी है। आपने किमें तुसी क्लास तो बाद अगर तुसी चंगी तरह ये 20 मिनट की क्लास सुनी है, ठीक है, क्लास तो बाद अपनी कॉपीज़ नू बंद करके अपने फोन नू बंद करके साइड ते जाके ये 12 दोबारा पढ़ लियो, मतलब वो कर लियो, एक बार गो थ्रू हो जियो। मतलब ही नहीं अगर तुसी अपनी जिंदगी च 12 शेड्यूल्स भुल जाओ, ठीक है जी। फिर आप हुण कल तो गल करांगे पार्ट्स ते आर्टिकल्स की। शेड्यूल तुहानू सारे कल तक याद होने चाहिए ने। ओके स्टूडेंट्स, मिलते हैं आप कल। सारिया क्लासेस नू टाइम ते लगाया करो, ठीक है। कोई क्लास एवें ना होवे कि पहला दूजी क्लास ला रहे हो, ठीक है, फिर पहली क्लास ला रहे हो। सीक्वेंस वाइज क्लासेस नू अटेंड करो। ओके स्टूडेंट्स, मिलने